ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 18ਵੀਂ ਸਦੀ ਵਿੱਚ ਭਾਰਤ। ਇਸ ਦੇ ਵਿੱਚ ਆਪਾਂ ਦੇਖਣਾ ਹੈਗਾ ਹੈ ਕਿ 18ਵੀਂ ਸਦੀ ਵਿੱਚ ਜਦੋਂ ਸਟਾਰਟਿੰਗ ਦੇ ਵਿੱਚ ਹੀ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿੰਨੇ ਵੀ ਸ਼ਾਸਕ ਹੁੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਸ਼ਕਤੀਸ਼ਾਲੀ ਨਹੀਂ ਸੀ ਔਰੰਗਜ਼ੇਬ ਦੀ ਤਰ੍ਹਾਂ। ਇਸ ਦੇ ਚੱਲਦੇ ਜਿਹੜਾ ਮੁਗਲਿਆ ਸਾਮਰਾਜ ਹੈਗਾ ਹੈ ਉਹ ਪਤਨ ਵੱਲ ਚਲਾ ਜਾਂਦਾ ਹੈ। ਤੇ ਕਿਉਂਕਿ ਇੱਕ ਜਦੋਂ ਸ਼ਕਤੀਸ਼ਾਲੀ ਸ਼ਾਸਕ ਦੇ ਦੁਆਰਾ ਕਾਫੀ ਸਾਮਰਾਜ ਦਾ ਵਿਸਥਾਰ ਕੀਤਾ ਜਾਂਦਾ ਹੈ, ਤਾਂ ਉਸ ਤੋਂ ਬਾਅਦ ਜਦੋਂ ਕਮਜ਼ੋਰ ਸ਼ਾਸਕ ਆਉਂਦੇ ਨੇ ਤਾਂ ਉਹਨਾਂ ਦੇ ਦੁਆਰਾ ਉਸ ਚੀਜ਼ ਦੇ ਉੱਪਰ ਕਾਬੂ ਨਹੀਂ ਰੱਖਿਆ ਜਾਂਦਾ, ਜਿਸ ਦੇ ਚੱਲਦੇ ਜਿਹੜਾ ਉਹ ਸਾਮਰਾਜ ਹੈਗਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਜਿਹੜਾ ਮੁਗਲਿਆ ਸਾਮਰਾਜ ਹੈਗਾ ਹੈ ਉਹ ਵੀ ਪਤਨ ਦੇ ਵੱਲ ਜਾਣਾ ਸ਼ੁਰੂ ਹੋ ਗਿਆ ਸੀ। ਤੇ ਇਸੇ ਤਰ੍ਹਾਂ ਉੱਤਰ ਤੇ ਦੱਖਣ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਾਸਕ ਸੀਗੇ ਜਿਹੜੇ ਮੌਕੇ ਦੀ ਤਲਾਸ਼ ਵਿੱਚ ਬੈਠੇ ਹੋਏ ਸੀ ਵੀ ਕਦ ਸਾਨੂੰ ਮੌਕਾ ਮਿਲੇ ਜਿਹੜਾ ਅਸੀਂ ਇਸ ਮੁਗਲਿਆ ਸਾਮਰਾਜ ਤੋਂ ਆਪਣੇ ਆਪ ਨੂੰ ਆਜ਼ਾਦ ਕਰਾ ਸਕੀਏ। ਤੇ ਇਸੇ ਤਰ੍ਹਾਂ ਹੀ ਆਪਾਂ ਦੇਖਦੇ ਹਾਂ ਕਿ ਦੱਖਣ ਭਾਰਤ ਦੇ ਵਿੱਚ ਮਰਾਠੇ ਹੈਦਰਾਬਾਦ ਦੇ ਨਿਜ਼ਾਮ, ਮੈਸੂਰ ਦੇ ਹੈਦਰ ਅਲੀ ਤੇ ਟਿੱਪੂ ਸੁਲਤਾਨ ਨੇ ਵੀ ਜਿਹੜਾ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਲਿਆ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਦੁਆਰਾ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਗਈ ਸੀ। ਉੱਤਰ ਭਾਰਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉੱਤਰ ਭਾਰਤ ਦੇ ਵਿੱਚ ਬੰਗਾਲ, ਅਵਧ, ਰੁਹੇਲਖੰਡ, ਮਥੁਰਾ ਦੇ ਪੰਜਾਬ ਜਿਹੜੇ ਹੈਗੇ ਨੇ ਇਹਨਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਲਿਆ ਸੀ। ਇਸ ਤਰ੍ਹਾਂ ਆਪਾਂ ਮੈਪ ਦੇ ਵਿੱਚ ਦੇਖਦੇ ਹਾਂ ਕਿ ਇਹ ਜਿਹੜਾ ਹਿੱਸਾ ਹੈਗਾ ਹੈ ਜਿਸ ਨੂੰ ਆਪਾਂ ਪੰਜਾਬ ਬੋਲਦੇ ਹਾਂ, ਲਾਹੌਰ ਇਸ ਦੀ ਰਾਜਧਾਨੀ ਸੀ। ਇਸ ਤੋਂ ਇਲਾਵਾ ਅਵਧ, ਬੰਗਾਲ, ਮਾਲਵਾ, ਇਹ ਵਾਲੀ ਜਿੰਨਾ ਵੀ ਪਲੇਸ ਹੈਗੀ ਹੈ ਇਹ ਮਰਾਠਾਂ ਦੀ ਹੈਗੀ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿੰਨੇ ਵੀ ਸ਼ਾਸਕ ਹੋਏ ਨੇ ਉਹਨਾਂ ਨੂੰ ਉੱਤਰਕਾਲੀਨ ਮੁਗਲ ਬੋਲਿਆ ਜਾਂਦਾ ਹੈਗਾ ਹੈ। ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇੱਥੇ ਗੱਲ ਕਰਾਂਗੇ ਬਹਾਦਰ ਸ਼ਾਹ ਦੇ ਬਾਰੇ ਵਿੱਚ। ਬਹਾਦਰ ਸ਼ਾਹ ਜਿਹੜਾ ਹੈਗਾ ਹੈ ਇਸ ਨੂੰ ਸ਼ਾਹੀ ਬੇਖਬਰ ਵੀ ਬੋਲਿਆ ਜਾਂਦਾ ਸੀ। ਇਸ ਦੇ ਦੁਆਰਾ 1707 ਤੋਂ 1712 ਈਸਵੀ ਤੱਕ ਰਾਜ ਕੀਤਾ ਗਿਆ। ਕੁੱਲ ਮਿਲਾ ਕੇ ਇਸਨੇ ਜਿਹੜਾ 6 ਸਾਲ ਤੱਕ ਰਾਜ ਕੀਤਾ ਸੀ। ਤੇ ਇਸ ਦੇ ਟਾਈਮ 'ਤੇ ਜਿਹੜੇ ਮਰਾਠੇ ਅਤੇ ਸਿੱਖ ਹੈਗੇ ਨੇ ਇਹਨਾਂ ਦੀ ਜਿਹੜੀ ਸ਼ਕਤੀ ਹੈਗੀ ਹੈ ਕਾਫੀ ਉਹਨਾਂ ਦਾ ਉਤਥਾਨ ਹੋ ਚੁੱਕਾ ਸੀ, ਅਤੇ ਜਿਸ ਦੇ ਉੱਪਰ ਇਸ ਦੇ ਦੁਆਰਾ ਕੰਟਰੋਲ ਨਾ ਕੀਤਾ ਗਿਆ ਅਤੇ ਇਸ ਦੇ ਚੱਲਦੇ ਜਿਹੜਾ ਇਸ ਸ਼ਾਸਕ ਦਾ ਵੀ ਅੰਤ ਹੋ ਜਾਂਦਾ ਹੈਗਾ। 1712 ਈਸਵੀ ਵਿੱਚ ਇਸ ਦੀ ਜਿਹੜੀ ਮੌਤ ਹੋ ਜਾਂਦੀ ਹੈ। ਅੱਗੇ ਆਪਾਂ ਗੱਲ ਕਰਾਂਗੇ ਜਹਾਂਦਾਰ ਸ਼ਾਹ ਦੇ ਬਾਰੇ ਵਿੱਚ, ਜਿਹੜਾ ਕਿ ਬਹਾਦਰ ਸ਼ਾਹ ਦਾ ਪੁੱਤਰ ਸੀ। ਇਹ ਇੱਕ ਕਠਪੁਤਲੀ ਸ਼ਾਸਕ ਸੀ। ਜਿਹੜਾ ਬਹਾਦਰ ਸ਼ਾਹ ਤੋਂ ਬਾਅਦ ਜਹਾਂਦਾਰ ਸ਼ਾਹ ਹੈਗਾ ਹੈ, ਇਸ ਨੂੰ ਸੈਦ ਬੰਧੂਆਂ ਦੇ ਦੁਆਰਾ ਜਾਂ ਸੈਦ ਭਰਾਵਾਂ ਦੇ ਦੁਆਰਾ, ਜਿਸ ਦੇ ਵਿੱਚ ਹੁਸੈਨ ਅਲੀ ਅਤੇ ਅਬਦੁੱਲਾ ਜਿਹੜੇ ਹੈਗੇ ਨੇ ਇਹਨਾਂ ਨੇ ਇਸ ਨੂੰ ਗੱਦੀ ਦੇ ਉੱਪਰ ਬਿਠਾਇਆ ਸੀ, ਅਤੇ ਇਹਨਾਂ ਦੇ ਹੱਥਾਂ ਦੀ ਇੱਕ ਕਠਪੁਤਲੀ ਦੇ ਤੌਰ 'ਤੇ ਰਾਜ ਕਰਦਾ ਸੀ। ਜਿਸ ਤਰ੍ਹਾਂ ਉਹ ਬੋਲਦੇ ਸੀ ਉਸੇ ਤਰ੍ਹਾਂ ਹੀ ਇਹ ਕੰਮ ਕਰਦਾ ਸੀਗਾ। ਇਸ ਤੋਂ ਇਲਾਵਾ ਜਦੋਂ ਉਸਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ, ਜਾਂ ਆਪਾਂ ਕਹੀਏ ਆਪਣੇ ਆਪ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸੈਦ ਬੰਧੂਆਂ ਦੇ ਦੁਆਰਾ ਜਹਾਂਦਾਰ ਸ਼ਾਹ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ। ਅੱਗੇ ਆਪਾਂ ਗੱਲ ਕਰਾਂਗੇ ਫਰੁਖਸ਼ੀਰ ਦੇ ਬਾਰੇ ਵਿੱਚ। ਫਰੁਖਸ਼ੀਰ ਜਿਹੜਾ ਹੈਗਾ ਹੈ ਜਹਾਂਦਾਰ ਸ਼ਾਹ ਦਾ ਜਿਹੜਾ ਭਤੀਜਾ ਸੀ, ਉਸ ਦੀ ਮੌਤ ਤੋਂ ਬਾਅਦ ਇਹ ਗੱਦੀ ਦੇ ਉੱਪਰ ਬੈਠਦਾ ਹੈਗਾ ਹੈ। ਅਤੇ ਇਹ ਵੀ ਇੱਕ ਨਾਂ ਦਾ ਹੀ ਰਾਜਾ ਸੀ। ਇਸ ਨੂੰ ਵੀ ਜਿਹੜਾ ਸੈਦ ਬੰਧੂਆਂ ਨੇ ਹੀ ਗੱਦੀ ਦੇ ਉੱਪਰ ਬਿਠਾਇਆ ਸੀ। ਜਦੋਂ ਇਸ ਨੇ ਵੀ ਜਿਹੜਾ ਸ਼ਕਤੀ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਵੀ ਜਿਹੜਾ ਮਾਰ ਦਿੱਤਾ ਜਾਂਦਾ ਹੈਗਾ ਸੈਦ ਬੰਧੂਆਂ ਦੇ ਦੁਆਰਾ 1719 ਦੇ ਵਿੱਚ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਮੁਹੰਮਦ ਸ਼ਾਹ ਦੇ ਬਾਰੇ ਵਿੱਚ, ਜਿਸ ਨੂੰ ਮੁਹੰਮਦ ਸ਼ਾਹ ਰੰਗੀਲਾ ਬੋਲਿਆ ਜਾਂਦਾ ਹੈ। ਇਹ ਇਸ ਤੋਂ ਅਗਲਾ ਸ਼ਾਸਕ ਹੈਗਾ ਹੈ। 1719 ਤੋਂ 1748 ਈਸਵੀ ਤੱਕ ਇਸਨੇ ਰਾਜ ਕੀਤਾ ਹੈ। ਆਪਾਂ ਦੇਖਦੇ ਹਾਂ ਕਿ ਔਰੰਗਜ਼ੇਬ ਤੋਂ ਬਾਅਦ ਜਿੰਨੇ ਵੀ ਸ਼ਾਸਕ ਹੋਏ ਨੇ ਇਹਨਾਂ ਦੇ ਵਿੱਚ, ਜਿਸ ਨੂੰ ਉੱਤਰਕਾਲੀਨ ਮੁਗਲ ਬੋਲਿਆ ਜਾਂਦਾ, ਇਹਨਾਂ ਦੇ ਵਿੱਚ ਸਭ ਤੋਂ ਵੱਧ ਟਾਈਮ ਜਿਹੜਾ ਰਾਜ ਕਰਨ ਵਾਲਾ ਸ਼ਾਸਕ ਇਹ ਮੁਹੰਮਦ ਸ਼ਾਹ ਹੈਗਾ ਹੈ। ਇਸੇ ਟਾਈਮ ਪੀਰੀਅਡ ਦੇ ਵਿੱਚ ਜੇ ਆਪਾਂ ਗੱਲ ਕਰੀਏ 1739 ਈਸਵੀ ਦੇ ਵਿੱਚ ਜਿਹੜਾ ਅਫਗਾਨ ਸ਼ਾਸਕ ਸੀਗਾ ਨਾਦਰ ਸ਼ਾਹ, ਉਸ ਦੇ ਦੁਆਰਾ ਇਸੇ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਭਾਰਤ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ। ਮੁਹੰਮਦ ਸ਼ਾਹ ਜਦੋਂ ਸੱਤਾ ਵਿੱਚ ਆਉਂਦਾ ਹੈ ਤਾਂ ਛੇਤੀ ਉਸ ਤੋਂ ਬਾਅਦ ਉਹ ਜਿਹੜੇ ਸੈਦ ਬੰਧੂ ਹੈਗੇ ਨੇ ਜਿਨ੍ਹਾਂ ਦੇ ਦੁਆਰਾ ਇਸ ਨੂੰ ਗੱਦੀ ਦੇ ਉੱਪਰ ਬਿਠਾਇਆ ਗਿਆ ਸੀ, ਉਹਨਾਂ ਦਾ ਖਾਤਮਾ ਕਰ ਦਿੱਤਾ ਜਾਂਦਾ ਹੈ। ਪਰ ਜਿਹੜੇ ਇਸ ਦੇ ਸ਼ਕਤੀਸ਼ਾਲੀ ਗਵਰਨਰ ਸੀਗੇ ਉਹਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਹੜਾ ਆਪਣਾ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀਗੀ। ਉਸ ਦੇ ਸਮੇਂ ਵਿੱਚ ਹੀ ਜਿਹੜਾ ਸਿੱਖਾਂ, ਮਰਾਠਿਆਂ, ਜਾਟਾਂ ਅਤੇ ਰਾਜਪੂਤਾਂ ਨੇ ਵੀ ਮੁਗਲਾਂ ਦੇ ਵਿਰੁੱਧ ਵਿਦਰੋਹ ਕੀਤੇ ਸੀਗੇ। ਇਸ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਤੋਂ ਬਾਅਦ ਬਹਾਦਰ ਸ਼ਾਹ ਜ਼ਫਰ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਪਹਿਲਾਂ ਵੀ ਜਿਹੜੇ ਕੁਛ ਸ਼ਾਸਕ ਹੈਗੇ ਨੇ ਜਿਨ੍ਹਾਂ ਦਾ ਇਸ ਦੇ ਵਿੱਚ ਉਲੇਖ ਨਹੀਂ ਕੀਤਾ ਗਿਆ। ਆਪਾਂ ਗੱਲ ਕਰਾਂਗੇ ਬਹਾਦਰ ਸ਼ਾਹ ਜ਼ਫਰ ਦੇ ਬਾਰੇ ਵਿੱਚ, ਜਿਹੜਾ ਕਿ 1757 ਦੀ ਕ੍ਰਾਂਤੀ ਦੇ ਦੌਰ ਵਿੱਚ ਜਿਹੜਾ ਵਿਦਰੋਹੀਆਂ ਦਾ ਜਾਂ ਸੈਨਿਕਾਂ ਦਾ ਨੇਤਾ ਸੀਗਾ। ਇਸ ਤੋਂ ਇਲਾਵਾ 1758 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਇਸ ਨੂੰ ਗੱਦੀ ਤੋਂ ਉਤਾਰ ਕੇ ਰੰਗੂਨ ਭੇਜ ਦਿੱਤਾ ਸੀ, ਤਾਂ ਪੂਰੀ ਤਰ੍ਹਾਂ ਨਾਲ ਜਿਹੜਾ ਮੁਗਲ ਸਾਮਰਾਜ ਹੈਗਾ ਉਸ ਦਾ ਅੰਤ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ, ਕਿਉਂਕਿ ਇਸ ਤੋਂ ਬਾਅਦ ਦਿੱਲੀ ਦੇ ਉੱਪਰ ਅੰਗਰੇਜ਼ਾਂ ਦਾ ਸ਼ਾਸਨ ਜਿਹੜਾ ਉਹ ਸ਼ੁਰੂ ਹੋ ਗਿਆ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸ਼ੁਰੂ ਹੋ ਗਿਆ ਸੀ। ਅੱਗੇ ਆਪਾਂ ਗੱਲ ਕਰਾਂਗੇ ਨਵੇਂ ਰਾਜਨੀਤਿਕ ਸੰਗਠਨ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮੁਹੰਮਦ ਸ਼ਾਹ ਰੰਗੀਲਾ ਦੇ ਟਾਈਮ 'ਤੇ ਹੀ ਜਿਹੜਾ ਮੁਹੰਮਦ ਸ਼ਾਹ ਹੈਗਾ ਹੈ, ਇਸ ਦੇ ਟਾਈਮ 'ਤੇ ਵੀ ਆਪਾਂ ਗੱਲ ਕੀਤੀ ਹੈਗੀ ਹੈ ਕਿ ਜਿਹੜੇ ਉਹਦੇ ਸ਼ਕਤੀਸ਼ਾਲੀ ਗਵਰਨਰ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ ਸੀ। ਅਤੇ ਜਾਂ ਆਪਾਂ ਦੇਖਦੇ ਹਾਂ ਕਿ ਸਿੱਖ, ਮਰਾਠੇ, ਜਾਟ ਜਾਂ ਰਾਜਪੂਤ ਹੈਗੇ ਨੇ ਉਹਨਾਂ ਨੇ ਆਪਣੇ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀਗੀ।
ਤੇ ਇਸੇ ਤਰ੍ਹਾਂ ਜਿਹੜੇ ਮੁਗਲ ਸਾਮਰਾਜ ਜਿਹੜਾ ਦਿੱਲੀ ਦੇ ਵਿੱਚ ਸਟੇਬਲ ਸੀਗਾ, ਉਸ ਦੀ ਬਜਾਏ ਜਿੰਨੇ ਵੀ ਪ੍ਰਦੇਸ਼ਿਕ ਰਾਜ ਸੀਗੇ ਉਹ ਜ਼ਿਆਦਾ ਸ਼ਕਤੀਸ਼ਾਲੀ ਹੋ ਗਏ ਸੀ। ਇਸ ਦੇ ਵਿੱਚ ਆਪਾਂ ਦੇਖਾਂਗੇ ਬੰਗਾਲ, ਅਵਧ, ਹੈਦਰਾਬਾਦ, ਇਹ ਸਾਰੇ ਆਪਾਂ ਇਹਦੇ ਵਿੱਚ ਡਿਟੇਲ ਨਾਲ ਦੇਖਾਂਗੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੰਗਾਲ ਦੀ। ਬੰਗਾਲ ਜਿਹੜਾ ਹੈਗਾ ਇਹ 18ਵੀਂ ਸਦੀ ਦੇ ਵਿੱਚ ਮੁਗਲਾਂ ਤੋਂ ਸੁਤੰਤਰ ਹੋਣ ਵਾਲਾ ਪਹਿਲਾ ਰਾਜ ਸੀਗਾ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ 1707 ਦੇ ਵਿੱਚ ਜਿਹੜਾ ਮੁਰਸ਼ਿਦ ਕੁਲੀ ਖਾਂ ਹੈਗਾ ਏ, ਉਹ ਮੁਗਲਾਂ ਦੇ ਅਧੀਨ ਹੀ ਬੰਗਾਲ ਤੇ ਉੜੀਸਾ ਦਾ ਜਿਹੜਾ ਸੂਬੇਦਾਰ ਬਣਿਆ ਸੀ। ਉਹ ਆਪਣੇ ਆਪ ਨੂੰ ਸੁਤੰਤਰ ਰਾਜ ਦੇ ਤੌਰ ਤੇ ਬੰਗਾਲ ਨੂੰ ਸਟੇਬਲ ਕਰਨਾ ਚਾਹੁੰਦਾ ਸੀ, ਤੇ ਇਸ ਲਈ ਉਸਨੇ ਜਿਹੜੀ ਆਪਣੀ ਰਾਜਧਾਨੀ ਹੈਗੀ ਉਹ ਢਾਕਾ ਦੀ ਬਜਾਏ ਜਿਹੜੀ ਮੁਰਸ਼ਿਦਾਬਾਦ ਟ੍ਰਾਂਸਫਰ ਕਰ ਲਈ ਸੀਗੀ। ਇਸ ਤੋਂ ਇਲਾਵਾ ਉਹ ਕਾਫੀ ਯੋਗ ਸ਼ਾਸਕ ਸੀਗਾ। ਉਸ ਦੀ ਜਦੋਂ ਮੌਤ ਹੋ ਜਾਂਦੀ ਹੈ 1727 ਈਸਵੀ ਦੇ ਵਿੱਚ, ਤਾਂ ਉਸਦੇ ਜਿਹੜਾ ਪੁੱਤਰ ਹੈਗਾ ਸੁਜਾਉਦੀਨ, ਉਹ ਉੱਤਰਾਧਿਕਾਰੀ ਬਣਦਾ ਹੈ। 1733 ਦੇ ਵਿੱਚ ਉਹ ਬੰਗਾਲ ਤੇ ਉੜੀਸਾ ਦੇ ਨਵੇਂ ਸ਼ਾਸਕ ਦੇ ਤੌਰ ਤੇ ਚੁਣਿਆ ਗਿਆ। ਜਾਂ ਆਪਾਂ ਕਹਿ ਸਕਦੇ ਹਾਂ ਕਿ ਦੇਖਦੇ ਹਾਂ ਕਿ ਜਿਹੜਾ ਇੰਨਾ ਗੈਪ ਹੈਗਾ 5 ਸਾਲ ਦਾ, ਤਾਂ ਇਹਦੇ ਵਿੱਚ ਉਸਨੇ ਜਿਹੜੇ ਉੱਤਰਾਧਿਕਾਰ ਦੇ ਯੁੱਧ ਵਗੈਰਾ ਲੜੇ ਹੋਣਗੇ। ਉਸ ਤੋਂ ਬਾਅਦ ਉਹ ਸ਼ਾਸਕ ਬਣਿਆ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਉਸ ਦੇ ਟਾਈਮ ਤੇ ਪੂਰੀ ਤਰ੍ਹਾਂ ਨਾਲ ਜਿਹੜੀ ਬੰਗਾਲ ਦੇ ਵਿੱਚ ਸ਼ਾਂਤੀ ਸੀਗੀ, ਤੇ 1739 ਈਸਵੀ ਦੇ ਵਿੱਚ ਉਸਦੀ ਜਿਹੜੀ ਮੌਤ ਹੋ ਜਾਂਦੀ ਹੈਗੀ ਹੈ ਸੁਜਾਉਦੀਨ ਦੀ। ਤੇ ਇਸੇ ਟਾਈਮ ਤੇ ਹੀ ਆਪਾਂ ਦੇਖਦੇ ਹਾਂ ਕਿ ਨਾਦਰ ਸ਼ਾਹ ਦਾ ਹਮਲਾ ਵੀ ਭਾਰਤ ਦੇ ਉੱਪਰ ਹੋਇਆ ਸੀ। ਸੁਜਾਉਦੀਨ ਦੀ ਮੌਤ ਤੋਂ ਬਾਅਦ ਉਸਦਾ ਜਿਹੜਾ ਪੁੱਤਰ ਹੈਗਾ ਹੈ ਸਰਫਰਾਜ਼ ਖਾਂ, ਉਹ ਉੱਤਰਾਧਿਕਾਰੀ ਬਣਿਆ। ਉਹ ਜਿਹੜਾ ਇੱਕ ਅਯੋਗ ਸ਼ਾਸਕ ਸੀਗਾ। ਸਰਫਰਾਜ਼ ਖਾਂ ਹੈ ਜਿਹੜਾ ਹੈਗਾ ਉਹ ਅਲੀਵਰਦੀ ਖਾਂ ਦੁਆਰਾ 1740 ਵਿੱਚ ਘੇਰੀਆ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਤੇ ਅਲੀਵਰਦੀ ਖਾਂ 1740 ਈਸਵੀ ਵਿੱਚ ਬੰਗਾਲ, ਬਿਹਾਰ ਤੇ ਉੜੀਸਾ ਦਾ ਨਵਾਂ ਸ਼ਾਸਕ ਬਣਦਾ ਹੈਗਾ। ਅਲੀਵਰਦੀ ਖਾਂ ਤੋਂ ਬਾਅਦ 1756 ਦੇ ਵਿੱਚ ਸਿਰਾਜੁਦੌਲਾ ਬੰਗਾਲ ਦਾ ਸ਼ਾਸਕ ਬਣਿਆ, ਤੇ ਉਸਨੇ ਵੀ ਜਿਹੜੇ ਕਾਫੀ ਜਿਹੜੇ ਲੋੜੀਂਦੇ ਸੁਧਾਰ ਸੀ ਉਹ ਕੀਤੇ। ਇਸ ਤੋਂ ਇਲਾਵਾ ਜਿਹੜਾ ਖੇਤੀਬਾੜੀ, ਉਦਯੋਗ ਤੇ ਵਪਾਰ ਨੂੰ ਵੀ ਉન્નਤ ਉਸਦੇ ਦੁਆਰਾ ਕੀਤਾ ਗਿਆ ਸੀ। ਉਹਨਾਂ ਸ਼ਾਸਕਾਂ ਦੇ ਰਾਜ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਜਿਹੜੀ ਉਹ ਸਥਾਪਿਤ ਹੋਈ ਸੀ। ਨੈਕਸਟ ਆਪਾਂ ਦੇਖਾਂਗੇ ਅਵਧ। ਅਵਧ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਹਾਦਤ ਖਾਨ 1722 ਈਸਵੀ ਦੇ ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਅਧੀਨ ਹੀ ਜਿਹੜਾ ਅਵਧ ਦਾ ਸੂਬੇਦਾਰ ਬਣਿਆ ਸੀ। ਇਸ ਤੋਂ ਇਲਾਵਾ ਉਸਨੇ ਜਿਹੜੀ ਆਰਥਿਕ ਸਥਿਤੀ ਹੈਗੀ ਉਹਦੇ ਵਿੱਚ ਲੋੜੀਂਦੇ ਸੁਧਾਰ ਕੀਤੇ ਸੀ, ਤੇ ਖੇਤੀਬਾੜੀ ਵੱਲ ਵੀ ਉਹਨੇ ਖਾਸ ਧਿਆਨ ਦਿੱਤਾ ਸੀ। 1739 ਈਸਵੀ ਵਿੱਚ ਇਸ ਦੀ ਜਿਹੜੀ ਮੌਤ ਹੋ ਜਾਂਦੀ ਹੈ। ਤੇ ਅੱਗੇ ਵੀ ਆਪਾਂ ਗੱਲ ਕੀਤੀ ਹੈਗੀ ਹੈ ਸੁਜਾਉਦੀਨ ਦੇ ਬਾਰੇ ਵਿੱਚ, ਉਸ ਦੀ ਵੀ ਜਿਹੜੀ 1739 ਦੇ ਈਸਵੀ ਦੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸ਼ਹਾਦਤ ਖਾਨ ਦੀ ਗੱਲ ਕਰਾਂਗੇ ਆਪਾਂ ਉਸ ਦੀ ਮੌਤ। ਇਸ ਤੋਂ ਬਾਅਦ ਸ਼ਹਾਦਤ ਖਾਨ ਦੀ ਮੌਤ ਤੋਂ ਬਾਅਦ ਜਿਹੜਾ ਸਫਦਰ ਜੰਗ ਹੈਗਾ ਉਹ ਅਵਧ ਦਾ ਨਵਾਬ ਬਣਦਾ ਹੈਗਾ, ਤੇ 1754 ਈਸਵੀ ਤੱਕ ਉਸਨੇ ਰਾਜ ਕੀਤਾ ਸੀ। ਮੁਗਲ ਬਾਦਸ਼ਾਹ ਦੇ ਅਧੀਨ ਹੀ ਉਹ ਜਿਹੜਾ ਵਜ਼ੀਰ ਦੇ ਤੌਰ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ, ਮੁੱਖ ਵਜ਼ੀਰ ਰਿਹਾ ਸੀ ਉਸ ਟਾਈਮ ਤੇ। 1754 ਵਿੱਚ ਉਸ ਦੀ ਮੌਤ ਹੋ ਜਾਂਦੀ ਹੈਗੀ ਹੈ। 1754 ਦੇ ਵਿੱਚ ਸੁਜਾਉਦੌਲਾ ਲਖਨਊ ਦਾ ਸ਼ਾਸਕ ਬਣਿਆ। ਉਸ ਤੋਂ ਇਲਾਵਾ ਉਸਨੇ ਜਿਹੜਾ 1774 ਈਸਵੀ ਤੱਕ ਰੋਹਿਲਖੰਡ ਦੇ ਜਿਹੜੇ ਇਲਾਕੇ ਜਿੱਤੇ ਸੀਗੇ। 1775 ਈਸਵੀ ਦੇ ਵਿੱਚ ਉਸਦੀ ਜਿਹੜੀ ਮੌਤ ਹੋ ਜਾਂਦੀ ਹੈਗੀ ਹੈ ਸੁਜਾਉਦੌਲਾ ਦੀ। ਸੁਜਾਉਦੌਲਾ ਤੋਂ ਪਿੱਛੋਂ ਆਸਫਉਦ-ਦੌਲਾ ਜਿਹੜਾ ਅਵਧ ਦਾ ਸ਼ਾਸਕ ਬਣਦਾ ਹੈਗਾ ਏ। ਕੁਝ ਸਮੇਂ ਬਾਅਦ ਅੰਗਰੇਜ਼ ਗਵਰਨਰ ਜਿਹੜਾ ਵਾਰਨ ਹੇਸਟਿੰਗ ਹੈਗਾ ਏ, ਉਸਨੇ ਆਸਫਉਦ-ਦੌਲਾ ਨੂੰ ਫੈਜ਼ਾਬਾਦ ਦੀ ਸੰਧੀ ਕਰਨ ਲਈ ਮਜਬੂਰ ਕੀਤਾ ਸੀ, ਤੇ ਅਵਧ ਦੇ ਵਿੱਚ ਜਿਹੜੀ ਅੰਗਰੇਜ਼ ਫੌਜ ਰੱਖੀ ਗਈ ਸੀਗੀ ਉਸ ਨੂੰ ਜਿਹੜੀ ਦਿੱਤੀ ਜਾਣ ਵਾਲੀ ਰਕਮ ਉਸ ਨੂੰ ਵਧਾਉਣ ਲਈ ਮਜਬੂਰ ਕੀਤਾ ਗਿਆ ਸੀ। 1797 ਦੇ ਵਿੱਚ ਆਸਫਉਦ-ਦੌਲਾ ਦੀ ਵੀ ਮੌਤ ਹੋ ਜਾਂਦੀ ਹੈਗੀ ਹੈ। ਹੈਦਰਾਬਾਦ ਦੀ ਅੱਗੇ ਆਪਾਂ ਗੱਲ ਕਰਾਂਗੇ। ਨਿਜ਼ਾਮੁਲ ਮੁਲਕ ਵਿਅਕਤੀ ਸੀ ਜਿਸ ਦਾ ਆਰੰਭਿਕ ਨਾਮ ਚਿਨਕਲਿਚ ਖਾਂ ਸੀਗਾ। ਉਸਨੇ ਹੈਦਰਾਬਾਦ ਰਾਜ ਦੀ ਸਥਾਪਨਾ ਕੀਤੀ ਸੀ। ਉਹ ਮੁਗਲ ਸ਼ਾਸਕ ਮੁਹੰਮਦ ਸ਼ਾਹ ਦਾ ਜਿਹੜਾ ਵਜ਼ੀਰ ਰਿਹਾ ਹੈਗਾ ਏ। ਉਸਨੇ ਹੈਦਰਾਬਾਦ ਨੂੰ ਹੀ ਆਪਣੀ ਜਿਹੜੀ ਰਾਜਧਾਨੀ ਉਹ ਬਣਾਇਆ ਸੀਗਾ। ਨਿਜ਼ਾਮੁਲ ਮੁਲਕ ਨੂੰ ਜਿਹੜਾ ਮੁਗਲ ਬਾਦਸ਼ਾਹ ਸੀਗਾ ਉਸਨੇ ਸੂਬੇਦਾਰ ਮੰਨ ਲਿਆ ਸੀ ਦੱਖਣ ਦਾ, ਤੇ ਇਸ ਤੋਂ ਇਲਾਵਾ ਆਸਫ ਜਾਹ ਦੀ ਜਿਹੜੀ ਉਪਾਧੀ ਵੀ ਉਹਨਾਂ ਦੇ ਦੁਆਰਾ ਦਿੱਤੀ ਗਈ ਸੀ, ਤੇ ਸਿਰਫ ਇੱਕ ਦਿਖਾਵਾ ਹੀ ਸੀ ਕਿ ਉਸ ਨੂੰ ਜਿਹੜੀ ਉਪਾਧੀ ਦਿੱਤੀ ਗਈ ਹੈਗੀ ਹੈ। ਅਸਲ 'ਚ ਜਿਹੜਾ ਉਹ ਹੈਦਰਾਬਾਦ ਦਾ ਅਸਲ ਸ਼ਾਸਕ ਸੀਗਾ ਨਿਜ਼ਾਮੁਲ ਮੁਲਕ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਹਾਂ ਉਹ ਤੇ ਜਿਹੜੇ ਉਸਦੇ ਉੱਤਰਾਧਿਕਾਰੀ ਹੋਏ ਨੇ ਆਸਫ ਜਾਹ ਵੰਸ਼ ਨਾਲ ਸੰਬੰਧ ਰੱਖਦੇ ਸੀ ਜਿਹੜੇ, ਉਹਨਾਂ ਨੂੰ ਹੈਦਰਾਬਾਦ ਦੇ ਨਿਜ਼ਾਮ ਕਿਹਾ ਜਾਂਦਾ ਹੈਗਾ। ਇਹ ਜਿਹੜਾ ਨਿਜ਼ਾਮੁਲ ਮੁਲਕ ਹੈਗਾ ਏ, ਇਹਨਾਂ ਨੂੰ ਹੀ ਜਿਹੜਾ ਹੈਦਰਾਬਾਦ ਦੇ ਨਿਜ਼ਾਮ ਜਾਂ ਇਹਦੇ ਜਿਹੜੇ ਵੰਸ਼ਜ ਹੈਗੇ ਉਹਨਾਂ ਨੂੰ ਹੈਦਰਾਬਾਦ ਦੇ ਨਿਜ਼ਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਅੱਗੇ ਆਪਾਂ ਗੱਲ ਕਰਾਂਗੇ ਮੈਸੂਰ ਦੇ ਬਾਰੇ ਵਿੱਚ। ਮੈਸੂਰ ਦੇ ਵਿੱਚ 2 ਸ਼ਾਸਕ ਹੋਏ ਨੇ ਜਿਨ੍ਹਾਂ ਨੇ ਮੁੱਖ ਜਿਹੜਾ ਰੋਲ ਅਦਾ ਕੀਤਾ ਹੈ। ਇਹਦੇ ਵਿੱਚ ਆਪਾਂ ਦੇਖਦੇ ਹਾਂ ਹੈਦਰ ਅਲੀ ਤੇ ਟਿੱਪੂ ਸੁਲਤਾਨ। ਹੈਦਰ ਅਲੀ ਜਿਹੜਾ ਹੈਗਾ ਉਹ 1761 ਦੇ ਵਿੱਚ ਮੈਸੂਰ ਦਾ ਸ਼ਾਸਕ ਬਣਿਆ ਸੀ। ਉਸ ਦੇ ਸ਼ਾਸਨਕਾਲ ਦੇ ਦੌਰਾਨ ਜਿਹੜਾ ਮੈਸੂਰ ਹੈਗਾ ਹੈ ਉਹਦਾ ਜਿਹੜਾ ਸ਼ਾਸਨ ਪ੍ਰਬੰਧ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਗਿਆ ਸੀ। ਉਹ ਦੂਸਰੇ ਧਰਮਾਂ ਦਾ ਸਤਿਕਾਰ ਵੀ ਕਰਦਾ ਸੀ, ਇੱਕ ਮੁਸਲਮਾਨ ਸੀ। ਉਸਨੇ ਜਿਹੜਾ ਆਪਣੇ ਸਾਰੇ ਇਲਾਕਿਆਂ ਨੂੰ ਜਿੱਤ ਕੇ ਮੈਸੂਰ ਨੂੰ ਇੱਕ ਸ਼ਕਤੀਸ਼ਾਲੀ ਰਾਜ ਬਣਾਇਆ ਸੀ, ਤੇ ਇਸ ਤੋਂ ਇਲਾਵਾ ਉਸਨੇ ਹਿੰਦੂਆਂ ਨੂੰ ਵੀ ਉੱਚ ਅਹੁਦਿਆਂ 'ਤੇ ਜਿਹੜਾ ਉਹ ਨਿਯੁਕਤ ਕੀਤਾ ਗਿਆ ਸੀਗਾ। ਉਸਨੇ ਮਰਾਠਿਆਂ, ਹੈਦਰਾਬਾਦ ਦੇ ਨਿਜ਼ਾਮ, ਕਰਨਾਟਕ ਦੇ ਸ਼ਾਸਕਾਂ ਤੇ ਅੰਗਰੇਜ਼ਾਂ ਨਾਲ ਬਹੁਤ ਸਾਰੀਆਂ ਲੜਾਈਆਂ ਲੜੀਆਂ ਸੀਗੀਆਂ। ਹੈਦਰ ਅਲੀ ਤੇ ਅੰਗਰੇਜ਼ਾਂ ਦੇ ਵਿਚਕਾਰ 2 ਲੜਾਈਆਂ ਹੋਈਆਂ ਸੀ ਜਿਨ੍ਹਾਂ ਨੂੰ
ਐਂਗਲੋ ਮੈਸੂਰ ਯੁੱਧ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਜੀ। ਪਹਿਲੇ ਜਿਹੜੇ ਐਂਗਲੋ ਮੈਸੂਰ ਯੁੱਧ ਹੋਏ ਨੇ ਉਸ ਦੇ ਵਿੱਚ ਜਿਹੜਾ ਹੈਦਰ ਅਲੀ ਨੇ ਅੰਗਰੇਜ਼ਾਂ ਨੂੰ ਪਹਿਲਾ ਜਿਹੜਾ ਐਂਗਲੋ ਮੈਸੂਰ ਯੁੱਧ ਸੀ ਉਸ ਦੇ ਵਿੱਚ ਹੈਦਰ ਅਲੀ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ। 1780 ਦੇ ਵਿੱਚ ਉਹਨਾਂ ਦੇ ਦਰਮਿਆਨ ਜਿਹੜਾ ਦੂਸਰਾ ਯੁੱਧ ਹੁੰਦਾ ਹੈਗਾ ਜੀ। ਇਹ ਯੁੱਧ ਜਿਹੜਾ ਹਜੇ ਚੱਲ ਹੀ ਰਿਹਾ ਸੀਗਾ ਇਸ ਟਾਈਮ 'ਤੇ 1782 ਈਸਵੀ ਦੇ ਵਿੱਚ ਜਿਹੜਾ ਹੈਦਰ ਅਲੀ ਦੀ ਮੌਤ ਹੋ ਜਾਂਦੀ ਹੈਗੀ ਹੈ। ਅੱਗੇ ਆਪਾਂ ਗੱਲ ਕਰਾਂਗੇ ਟਿੱਪੂ ਸੁਲਤਾਨ ਦੇ ਬਾਰੇ ਵਿੱਚ। ਹੈਦਰ ਅਲੀ ਦਾ ਪੁੱਤਰ ਸੀ ਟਿੱਪੂ ਸੁਲਤਾਨ, ਉਹ ਵੀ ਉਸੇ ਦੀ ਤਰ੍ਹਾਂ ਇੱਕ ਜਿਹੜਾ ਯੋਗ ਸ਼ਾਸਕ ਸੀਗਾ ਆਪਣੇ ਪਿਤਾ ਦੇ ਵਾਂਗ ਹੀ, ਤੇ ਉਸ ਨੂੰ ਮੈਸੂਰ ਦਾ ਟਾਈਗਰ ਬੋਲਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹ ਕਾਫੀ ਮਹਾਨ ਦੇਸ਼ ਭਗਤ ਸੀਗਾ। ਸ਼ਾਸਨ ਪ੍ਰਬੰਧ ਵਿੱਚ ਉਸ ਦੇ ਦੁਆਰਾ ਵੀ ਬਹੁਤ ਸਾਰੇ ਜਿਹੜੇ ਸੁਧਾਰ ਕੀਤੇ ਗਏ ਸੀ। ਇਸ ਤੋਂ ਇਲਾਵਾ ਉਹ ਜਿਹੜਾ ਅੰਗਰੇਜ਼ਾਂ ਦੇ ਅਤਿਆਚਾਰੀ ਸ਼ਾਸਨ ਦਾ ਅੰਤ ਵੀ ਉਹ ਕਰਨਾ ਚਾਹੁੰਦਾ ਸੀ। ਇਸ ਦੇ ਲਈ ਉਸਨੇ ਆਪਣੀ ਜਿਹੜੀ ਬਹੁਤ ਵੱਡੀ ਫੌਜ ਤਿਆਰ ਕੀਤੀ, ਜਿਸ ਦੇ ਵਿੱਚ ਜਿਹੜੇ ਹਥਿਆਰਾਂ ਦਾ ਆਧੁਨਿਕੀਕਰਨ ਕੀਤਾ ਗਿਆ ਸੀ ਤੇ ਜਿਹੜੀ ਸੈਨਾ ਵੀ ਆਧੁਨਿਕ ਤਰ੍ਹਾਂ ਦੀ ਹੀ ਤਿਆਰ ਕੀਤੀ ਗਈ ਸੀਗੀ। ਤੇ ਉਸਨੇ ਉਦਯੋਗ ਤੇ ਵਪਾਰ ਨੂੰ ਵੀ ਉન્નਤ ਕੀਤਾ ਸੀ। ਇਸ ਤੋਂ ਇਲਾਵਾ ਉਹ ਜਿਹੜਾ ਉਸਦੇ ਦੁਆਰਾ ਦੋ ਯੁੱਧ ਲੜੇ ਗਏ ਸੀ ਅੰਗਰੇਜ਼ਾਂ ਦੇ ਖਿਲਾਫ। ਜਿਹੜਾ ਪਹਿਲਾ ਤੇ ਦੂਸਰਾ ਜਿਹੜਾ ਐਂਗਲੋ ਮੈਸੂਰ ਯੁੱਧ ਹੈਗਾ ਉਹ ਹੈਦਰ ਅਲੀ ਦੇ ਦੁਆਰਾ ਲੜੇ ਗਏ ਸੀ, ਤੇ ਜਿਹੜਾ ਤੀਸਰਾ ਤੇ ਚੌਥਾ ਯੁੱਧ ਹੈਗਾ ਉਹ ਟਿੱਪੂ ਸੁਲਤਾਨ ਦੇ ਦੁਆਰਾ ਲੜਿਆ ਗਿਆ ਸੀ, ਤੇ ਚੌਥੇ ਯੁੱਧ ਵਿੱਚ ਇਹ ਮਾਰਿਆ ਗਿਆ ਸੀਗਾ। ਇਸ ਦੇ ਨਾਲ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਟਿੱਪੂ ਸੁਲਤਾਨ ਦੀ ਮੌਤ ਹੋ ਜਾਂਦੀ ਹੈ ਤਾਂ ਅੰਗਰੇਜ਼ਾਂ ਦੇ ਦੁਆਰਾ ਜਿਹੜਾ ਮੈਸੂਰ ਹੈਗਾ ਉਸ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ। ਅੱਗੇ ਆਪਾਂ ਗੱਲ ਕਰਾਂਗੇ ਮਰਾਠਿਆਂ ਦੇ ਬਾਰੇ ਵਿੱਚ। ਔਰੰਗਜ਼ੇਬ ਦੇ ਰਾਜਕਾਲ ਵਿੱਚ ਹੀ ਜਿਹੜਾ ਸ਼ਿਵਾਜੀ ਹੈਗੇ ਨੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਜਿਹੜਾ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀਗੀ। ਬਾਲਾਜੀ ਵਿਸ਼ਵਨਾਥ ਮਰਾਠਿਆਂ ਦਾ ਪੇਸ਼ਵਾ ਬਣਿਆ ਸੀ। ਪਹਿਲਾ ਜਿਹੜਾ ਪੇਸ਼ਵਾ ਸੀਗਾ ਉਹ ਬਾਲਾਜੀ ਵਿਸ਼ਵਨਾਥ ਸੀਗੇ। ਇਸ ਤੋਂ ਇਲਾਵਾ ਅੱਗੇ ਚੱਲ ਕੇ ਆਪਾਂ ਦੇਖਦੇ ਹੈਗੇ ਹਾਂ ਬਾਜੀਰਾਓ ਪੇਸ਼ਵਾ ਫਸਟ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੇ ਦੁਆਰਾ ਵੀ ਅੰਗਰੇਜ਼ਾਂ ਦੇ ਨਾਲ ਲੋਹਾ ਲਿਆ ਗਿਆ ਸੀ। ਉਸ ਤੋਂ ਇਲਾਵਾ ਅੱਗੇ ਚੱਲ ਕੇ ਜਿਹੜਾ ਬਾਜੀਰਾਓ ਪੇਸ਼ਵਾ ਦਾ ਪੁੱਤਰ ਸੀਗਾ ਬਾਲਾਜੀ ਬਾਜੀਰਾਓ, ਉਹਦੇ ਦੁਆਰਾ ਵੀ ਅੰਗਰੇਜ਼ਾਂ ਨਾਲ ਲੋਹਾ ਲਿਆ ਗਿਆ ਸੀ। ਇਸ ਤਰ੍ਹਾਂ ਅੱਗੇ ਚੱਲ ਕੇ ਜਿੰਨੇ ਵੀ ਪੇਸ਼ਵਾ ਹੋਏ ਨੇ ਉਹਨਾਂ ਨੇ ਕਾਫੀ ਜਿਹੜੇ ਯੁੱਧ ਲੜੇ ਹੈਗੇ ਨੇ। ਜਾਂ ਆਪਾਂ ਗੱਲ ਕਰੀਏ ਸ਼ਿਵਾਜੀ ਦੀ ਤਾਂ ਉਹਨਾਂ ਦੇ ਜਿਹੜੇ ਅੱਗੇ ਵੰਸ਼ਜ ਹੈਗੇ ਨੇ। ਜੇ ਆਪਾਂ ਗੱਲ ਕਰੀਏ ਤਾਰਾਬਾਈ ਦੇ ਟਾਈਮ ਤੇ ਜਿਹੜਾ ਔਰੰਗਜ਼ੇਬ ਦੀ ਮੌਤ ਹੁੰਦੀ ਹੈਗੀ ਹੈ 1707 ਦੇ ਵਿੱਚ। ਤਾਰਾਬਾਈ ਦੇ ਦੁਆਰਾ ਬਹੁਤ ਸਾਰੇ ਜਿਹੜਾ ਆਪਾਂ ਕਹੀਏ ਕਿ ਔਰੰਗਜ਼ੇਬ ਨੂੰ ਬਹੁਤ ਜ਼ਿਆਦਾ ਜਿਹੜੇ ਯੁੱਧਾਂ ਵਿੱਚ ਘੁਮਾ ਕੇ ਰੱਖਿਆ ਗਿਆ ਸੀ ਤਾਰਾਬਾਈ ਦੇ ਦੁਆਰਾ ਦੱਖਣ ਭਾਰਤ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸ਼ਿਵਾਜੀ ਦੇ ਬਾਰੇ ਵਿੱਚ, ਜਿਹੜੇ ਕਿ ਮਰਾਠਾ ਸਾਮਰਾਜ ਦੇ ਸੰਸਥਾਪਕ ਸੀਗੇ। ਤੇ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ 20 ਅਪ੍ਰੈਲ 1627 ਈਸਵੀ ਵਿੱਚ ਸ਼ਿਵਨੇਰ ਦੇ ਕਿਲੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਪੂਨਾ ਦੇ ਵਿੱਚ। ਉਹਨਾਂ ਦੇ ਪਿਤਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਸ਼ਾਹਜੀ ਭੋਸਲੇ ਸੀਗਾ, ਤੇ ਉਹ ਇੱਕ ਵੱਡੇ ਜਾਗੀਰਦਾਰ ਸਨ। ਤੇ ਉਹਨਾਂ ਨੇ ਬੀਜਾਪੁਰ ਦੇ ਜਿਹੜੇ ਸੁਲਤਾਨ ਹੈਗੇ ਨੇ ਉਹਨਾਂ ਦੇ ਦਰਬਾਰ ਵਿੱਚ ਜਿਹੜੀ ਪਦਵੀ ਤੇ ਨਿਯੁਕਤ ਵੀ ਸੀਗੇ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਮਾਤਾ ਦੀ ਤਾਂ ਉਹਨਾਂ ਦੀ ਮਾਤਾ ਦਾ ਨਾਮ ਜੀਜਾਬਾਈ ਸੀਗਾ। ਤੇ ਸ਼ਿਵਾਜੀ ਉੱਤੇ ਜੀਜਾਬਾਈ ਉਹਨਾਂ ਦੇ ਜਿਹੜੇ ਦਾਦਾ ਹੈਗੇ ਨੇ ਕੌਂਡਦੇਵ, ਇਸ ਤੋਂ ਇਲਾਵਾ ਗੁਰੂ ਸੀ ਉਹਨਾਂ ਦੇ ਜਿਹੜੇ ਰਾਮਦਾਸ, ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਸ਼ਿਵਾਜੀ ਦੀ ਸ਼ਖਸੀਅਤ ਦੇ ਉੱਪਰ। ਸ਼ਿਵਾਜੀ ਜਿਹੜੇ ਹੈਗੇ ਨੇ ਉਹ ਇੱਕ ਦੇਸ਼ ਭਗਤ ਸੀਗੇ। ਇਸ ਤੋਂ ਇਲਾਵਾ ਉਹ ਚਾਹੁੰਦੇ ਸੀ ਕਿ ਜਿਹੜਾ ਭਾਰਤ ਦੇ ਵਿੱਚੋਂ ਮੁਸਲਮਾਨ ਰਾਜ ਦਾ ਅੰਤ ਕਰਕੇ ਹਿੰਦੂ ਰਾਜ ਦੀ ਜਿਹੜੀ ਸਥਾਪਨਾ ਕੀਤੀ ਜਾਵੇ, ਕਿਉਂਕਿ ਉਸ ਟਾਈਮ 'ਤੇ ਔਰੰਗਜ਼ੇਬ ਦਾ ਰਾਜ ਸੀ ਤੇ ਉਹ ਇੱਕ ਬਹੁਤ ਜ਼ਿਆਦਾ ਅਤਿਆਚਾਰੀ ਸ਼ਾਸਕ ਸੀਗਾ। ਇਸ ਲਈ ਉਹ ਚਾਹੁੰਦੇ ਸੀ ਕਿ ਜਿਹੜਾ ਮੁਸਲਮਾਨ ਜਿਹੜਾ ਸ਼ਾਸਕ ਹੈਗੇ ਨੇ ਜਾਂ ਉਹਨਾਂ ਦੇ ਜਿਹੜੇ ਅਤਿਆਚਾਰੀ ਜਿਹੜੇ ਸ਼ਾਸਕ ਹੋਏ ਨੇ ਮੁਸਲਮਾਨਾਂ ਦੇ ਵਿੱਚ, ਉਹਨਾਂ ਦਾ ਅੰਤ ਕੀਤਾ ਜਾਵੇ ਤੇ ਇੱਕ ਹਿੰਦੂ ਰਾਜ ਦੀ ਸਥਾਪਨਾ ਕੀਤੀ ਜਾਵੇ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ 1646 ਈਸਵੀ ਦੇ ਵਿੱਚ ਜਦੋਂ ਬੀਜਾਪੁਰ ਦੇ ਸੁਲਤਾਨ ਆਦਿਲ ਸ਼ਾਹ ਬਿਮਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਸ਼ਿਵਾਜੀ ਨੇ ਜਿਹੜਾ ਤੋਰਨ ਦੇ ਕਿਲੇ 'ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ 1648 ਈਸਵੀ ਦੇ ਵਿੱਚ ਪੁਰੰਦਰ, ਕੋਡਾਨਾ, ਕੋਂਕਣ, ਕਲਿਆਣੀ, ਸਿੰਘਗੜ੍ਹ ਇਹਨਾਂ ਸਾਰੇ ਕਿਲਿਆਂ 'ਤੇ ਇਸ ਤੋਂ ਇਲਾਵਾ ਪੂਨੇ 'ਤੇ ਜਿਹੜਾ ਆਪਣਾ ਕਬਜ਼ਾ ਕਰ ਲਿਆ ਸੀ। ਜਾਮਲੀ 'ਤੇ ਹਮਲਾ ਕਰਕੇ ਉਹਨਾਂ ਨੇ ਚੰਦਰਾਓ ਦਾ ਕਤਲ ਕਰ ਦਿੱਤਾ ਸੀਗਾ। ਅੱਗੇ ਆਪਾਂ ਦੇਖਦੇ ਹਾਂ ਕਿ 1659 ਦੇ ਵਿੱਚ ਬੀਜਾਪੁਰ ਦੇ ਸੁਲਤਾਨ ਨੇ ਅਫਜ਼ਲ ਖਾਨ ਦੇ ਅਧੀਨ ਸ਼ਿਵਾਜੀ ਨੂੰ ਮਾਰਨ ਲਈ ਇੱਕ ਸੈਨਾ ਭੇਜੀ ਸੀ, ਪਰ ਸ਼ਿਵਾਜੀ ਉਹਨਾਂ ਤੋਂ ਜਿਹੜੇ ਫੜੇ ਨਹੀਂ ਜਾ ਸਕੇ। ਇਸ ਦੇ ਚੱਲਦੇ ਉਹਨਾਂ ਨੇ ਸ਼ਿਵਾਜੀ ਨੂੰ ਸੰਧੀ 'ਤੇ ਦਸਤਖਤ ਕਰਨ ਦੇ ਲਈ ਪ੍ਰਤਾਪਗੜ੍ਹ ਦੇ ਕਿਲੇ ਵਿੱਚ ਬੁਲਾਇਆ ਸੀ, ਜਿੱਥੇ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਅਫਜ਼ਲ ਖਾਨ ਨੇ ਸ਼ਿਵਾਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸ਼ਿਵਾਜੀ ਨੇ ਉਹਨਾਂ ਨੂੰ ਹੀ ਜਿਹੜਾ ਆਪਣੇ ਖੰਜਰ ਦੇ ਨਾਲ ਮਾਰ ਦਿੱਤਾ। ਤੇ ਇਸ ਤਰ੍ਹਾਂ ਜਿਹੜਾ ਸੁਲਤਾਨ ਨੇ ਸ਼ਿਵਾਜੀ ਨੂੰ ਜਿਹੜੀ ਉਹਨਾਂ ਨਾਲ ਸੰਧੀ ਕਰ ਲਈ ਸ਼ਿਵਾਜੀ ਨਾਲ, ਤੇ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਸੁਤੰਤਰ ਸ਼ਾਸਕ ਵੀ ਮੰਨ ਲਿਆ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸ਼ਿਵਾਜੀ, ਮੈਸੂਰ ਅਲੀ ਦੇ ਜਿਹੜੇ ਹੈਦਰ ਅਲੀ ਹੋਏ ਨੇ, ਟਿੱਪੂ ਸੁਲਤਾਨ ਹੋਏ ਨੇ, ਇਸ ਤਰ੍ਹਾਂ ਹੋਰ ਵੀ ਕਾਫੀ ਸ਼ਾਸਕ ਹੈਗੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਲਿਆ ਸੀ, ਤੇ ਜਿਹੜੇ ਕਿ ਮੁਗਲ ਜਿਹੜਾ ਉਸ ਟਾਈਮ 'ਤੇ ਸ਼ਾਸਕ ਸੀਗੇ ਉਹਨਾਂ ਦੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀ। ਇਸ ਲਈ ਜਿਹੜੇ ਉਹ ਆਪਣੇ ਆਪ ਨੂੰ ਸੁਤੰਤਰ ਕਰਾਉਣ ਦੇ ਵਿੱਚ ਜਿਹੜਾ ਉਹ ਸਫਲ ਹੋਏ ਨੇ। ਅੱਗੇ ਆਪਾਂ ਗੱਲ ਕਰਾਂਗੇ ਮੁਗਲਾਂ ਨਾਲ ਸੰਬੰਧ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਔਰੰਗਜ਼ੇਬ ਹੈਗਾ ਉਹ ਸ਼ਿਵਾਜੀ ਦੇ ਵੱਧਦੇ ਹੋਏ ਪ੍ਰਭਾਵ ਨੂੰ ਸਹਿਣ ਨਹੀਂ ਸੀ ਕਰ ਸਕਿਆ। ਇਸ ਦੇ ਲਈ ਉਸਨੇ ਸ਼ਾਇਸਤਾ ਖਾਨ ਦੇ ਅਧੀਨ ਇੱਕ ਸੈਨਾ ਭੇਜੀ ਸੀਗੀ ਸ਼ਿਵਾਜੀ ਦੇ ਵਿਰੁੱਧ। ਤੇ ਸ਼ਾਇਸਤਾ ਖਾਨ ਜਿਹੜਾ ਹੈਗਾ ਉਸਨੇ ਸ਼ਿਵਾਜੀ ਦੇ ਕਾਫੀ ਸਾਰੇ ਇਲਾਕੇ ਤੇ ਕਿਲੇ ਜਿੱਤ ਲਏ ਸੀ। ਇਸ ਤੋਂ ਇਲਾਵਾ ਉਸਨੇ ਪੂਨੇ 'ਤੇ ਵੀ ਅਧਿਕਾਰ ਕਰ ਲਿਆ ਸੀ। 1663 ਦੇ ਵਿੱਚ ਇੱਕ ਰਾਤ ਜਦੋਂ ਸ਼ਿਵਾਜੀ ਆਪਣੇ 400 ਸੈਨਿਕਾਂ ਨਾਲ ਇੱਕ ਬਰਾਤ ਦੇ ਰੂਪ ਵਿੱਚ ਪੂਨੇ ਵਿੱਚ ਦਾਖਲ ਹੁੰਦੇ ਆ ਤਾਂ ਅੱਧੀ ਰਾਤ ਨੂੰ ਸ਼ਾਇਸਤਾ ਖਾਨ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਸ਼ਿਵਾਜੀ ਦੇ ਦੁਆਰਾ। ਤਾਂ ਜਿਹੜਾ ਸ਼ਾਇਸਤਾ ਖਾਨ ਹੈਗਾ ਉਹ ਆਪਣੀ ਜਾਨ ਬਚਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਤੇ ਪਰ ਇਸ ਦੇ ਵਿੱਚ ਜਿਹੜੇ ਸ਼ਾਇਸਤਾ ਖਾਨ ਦਾ ਪੁੱਤਰ ਸੀਗਾ
ਅਬਦੁਲ ਫਤਿਹ ਉਸ ਦੀ ਮੌਤ ਹੋ ਜਾਂਦੀ ਹੈ। ਇਸ ਦੇ ਨਾਲ ਜਿਹੜੇ ਬਹੁਤ ਸਾਰੇ ਸੈਨਿਕ ਹੈਗੇ ਨੇ ਉਹ ਵੀ ਇੱਥੇ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹੈਗੇ ਨੇ ਸ਼ਿਵਾਜੀ ਦੇ ਸੈਨਿਕਾਂ ਦੇ ਦੁਆਰਾ। 1667 ਦੇ ਵਿੱਚ ਜਦੋਂ ਸ਼ਿਵਾਜੀ ਤੇ ਉਸਦਾ ਪੁੱਤਰ ਔਰੰਗਜ਼ੇਬ ਨੂੰ ਮਿਲਣ ਲਈ ਆਗਰਾ ਜਾਂਦੇ ਆ ਤਾਂ ਉੱਥੇ ਔਰੰਗਜ਼ੇਬ ਦੁਆਰਾ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ। ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜਾ ਔਰੰਗਜ਼ੇਬ ਹੈਗਾ ਏ ਉਹ ਸ਼ਿਵਾਜੀ ਨੂੰ ਪਹਿਲਾਂ ਮਿਲਣ ਲਈ ਬੁਲਾਉਂਦਾ ਹੈ ਤੇ ਉੱਥੇ ਉਹਨਾਂ ਨੂੰ ਸ਼ਿਵਾਜੀ ਨੂੰ 5000 ਮਨਸਬਦਾਰ ਹੈਗੇ ਨੇ ਉਹਨਾਂ ਦੀ ਕਤਾਰ ਵਿੱਚ ਬਿਠਾਉਂਦਾ ਹੈ। ਸ਼ਿਵਾਜੀ ਜਿਹੜੇ ਨੇ ਉਹ ਆਪਣੇ ਇਸ ਵਿੱਚ ਆਪਣਾ ਅਪਮਾਨ ਮੰਨਦੇ ਨੇ ਤੇ ਉਹ ਉੱਠ ਕੇ ਜਦੋਂ ਜਾਣ ਲੱਗਦੇ ਨੇ ਉੱਥੋਂ ਚਲੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜਿਹੜਾ ਔਰੰਗਜ਼ੇਬ ਹੈਗਾ ਉਹ ਉਸਦੇ ਇਸ਼ਾਰੇ ਤੇ ਉਹਦੇ ਜਿਹੜੇ ਸੈਨਿਕ ਹੈਗੇ ਨੇ ਉਹਨਾਂ ਨੂੰ ਕੈਦ ਕਰ ਲੈਂਦੇ ਨੇ। ਪਰੰਤੂ ਜਿਹੜੇ ਸ਼ਿਵਾਜੀ ਹੈਗੇ ਨੇ ਦੋ ਮਠਿਆਈਆਂ ਦੀ ਜਿਹੜੀ ਟੋਕਰੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਬੈਠ ਕੇ ਨਿਕਲ ਜਾਣ ਵਿੱਚ ਕਾਮਯਾਬ ਹੋ ਜਾਂਦੇ ਨੇ ਕਿਉਂਕਿ ਜਿਹੜਾ ਸ਼ਿਵਾਜੀ ਦਾ ਉੱਥੇ ਇੱਕ ਉਹਨਾਂ ਨੂੰ ਆਪਣਾ ਹਮਸ਼ਕਲ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਉਹ ਆਪਣੀ ਜਗ੍ਹਾ 'ਤੇ ਉਸ ਕੈਦ ਦੇ ਵਿੱਚ ਬਿਠਾ ਕੇ ਤੇ ਆਪ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਨੇ। ਇਸ ਤੋਂ ਇਲਾਵਾ ਸ਼ਿਵਾਜੀ ਨੇ ਆਪਣੇ ਆਪ ਨੂੰ ਇੱਕ ਸੁਤੰਤਰ ਸ਼ਾਸਕ ਘੋਸ਼ਿਤ ਕੀਤਾ ਸੀ ਤੇ ਛਤਰਪਤੀ ਦੀ ਜਿਹੜੀ ਉਪਾਧੀ ਉਹਨਾਂ ਦੇ ਦੁਆਰਾ ਧਾਰਨ ਕਰ ਲਈ ਗਈ ਸੀਗੀ। 1680 ਦੇ ਵਿੱਚ ਜਿਹੜੇ ਸ਼ਿਵਾਜੀ ਹੈਗੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅੱਗੇ ਆਪਾਂ ਗੱਲ ਕਰਾਂਗੇ ਸ਼ਿਵਾਜੀ ਦੇ ਉੱਤਰਾਧਿਕਾਰੀਆਂ ਦੇ ਬਾਰੇ ਵਿੱਚ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸ਼ਿਵਾਜੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਸ਼ੰਭਾਜੀ 1699 ਦੇ ਵਿੱਚ ਇੱਕ ਨਵਾਂ ਸ਼ਾਸਕ ਬਣਦਾ ਹੈਗਾ ਏ ਪਰ ਉਹ ਕਾਫੀ ਅਯੋਗ ਸ਼ਾਸਕ ਸੀਗਾ ਸ਼ਿਵਾਜੀ ਦੇ ਮੁਕਾਬਲੇ ਵਿੱਚ ਤੇ ਇਸੇ ਤਰ੍ਹਾਂ ਔਰੰਗਜ਼ੇਬ ਦੇ ਦੁਆਰਾ ਉਸ ਨੂੰ ਜਿਹੜਾ ਸ਼ੰਭਾਜੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਜਾਂਦਾ ਹੈਗਾ। 1699 ਦੇ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈਗਾ। ਸ਼ੰਭਾਜੀ ਦੇ ਬਾਅਦ ਉਹਨਾਂ ਦਾ ਭਰਾ ਜਿਹੜਾ ਰਾਜਾ ਰਾਮ ਸ਼ਾਸਕ ਬਣਦਾ ਹੈਗਾ ਏ ਉਹਨਾਂ ਨੇ ਜਿਹੜਾ ਮੁਗਲਾਂ ਦੇ ਵਿਰੁੱਧ ਕਾਫੀ ਸੰਘਰਸ਼ ਜਾਰੀ ਰੱਖਿਆ ਸੀ। 1717 ਦੇ ਵਿੱਚ ਰਾਜਾ ਰਾਮ ਦੀ ਮੌਤ ਹੋ ਜਾਂਦੀ ਤੇ ਉਸ ਤੋਂ ਪਿੱਛੋਂ ਉਹਨਾਂ ਦੀ ਜਿਹੜੀ ਵਿਧਵਾ ਪਤਨੀ ਹੈਗੀ ਤਾਰਾਬਾਈ ਉਸ ਨੇ ਜਿਹੜਾ ਆਪਣੇ 4 ਸਾਲਾਂ ਦਾ ਪੁੱਤਰ ਸੀ ਸ਼ਿਵਾਜੀ ਦੂਸਰਾ ਉਸ ਦੀ ਜਿਹੜੀ ਸਰਪ੍ਰਸਤ ਬਣ ਕੇ ਸ਼ਾਸਨ ਕਰਦੀ ਹੈਗੀ ਹੈ ਤੇ ਇੱਕ ਬੜੀ ਬਹਾਦਰ ਇਸਤਰੀ ਸੀ। ਇਸੇ ਦੇ ਟਾਈਮ 'ਤੇ ਹੀ ਔਰੰਗਜ਼ੇਬ ਨੂੰ ਉਲਝਾਇਆ ਗਿਆ ਸੀਗਾ ਕਾਫੀ ਯੁੱਧਾਂ ਦੇ ਵਿੱਚ ਦੱਖਣ ਭਾਰਤ ਦੇ ਵਿੱਚ। 1708 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਸ਼ਾਹੂ ਜਿਹੜਾ ਹੈਗਾ ਉਹ ਸ਼ਾਸਕ ਬਣਨ ਵਿੱਚ ਕਾਮਯਾਬ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਬਾਲਾਜੀ ਵਿਸ਼ਵਨਾਥ ਨੂੰ ਆਪਣਾ ਜਿਹੜਾ ਪੇਸ਼ਵਾ ਨਿਯੁਕਤ ਕੀਤਾ ਸੀ। ਇਹ ਜਿਹੜੇ ਬਾਲਾਜੀ ਵਿਸ਼ਵਨਾਥ ਬਾਜੀਰਾਓ ਪੇਸ਼ਵਾ ਜਿਹੜਾ ਹੈਗਾ ਏ ਫਸਟ ਵਾਲੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਬਾਲਾਜੀ ਵਿਸ਼ਵਨਾਥ। ਹੌਲੀ ਹੌਲੀ ਜਿਹੜੀਆਂ ਰਾਜ ਦੀਆਂ ਸਾਰੀਆਂ ਸ਼ਕਤੀਆਂ ਹੈਗੀਆਂ ਨੇ ਉਹ ਬਾਲਾਜੀ ਵਿਸ਼ਵਨਾਥ ਦੇ ਕੋਲ ਆ ਜਾਂਦੀਆਂ ਹੈਗੀਆਂ ਨੇ। 1720 ਈਸਵੀ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈਗੀ। ਬਾਲਾਜੀ ਵਿਸ਼ਵਨਾਥ ਦੇ ਮਗਰੋਂ ਉਹਨਾਂ ਦਾ ਪੁੱਤਰ ਬਾਜੀਰਾਓ 1720 ਦੇ ਵਿੱਚ ਜਿਹੜਾ ਪੇਸ਼ਵਾ ਬਣਿਆ ਤੇ ਉਸਨੇ 1739 ਵਿੱਚ ਪੁਰਤਗਾਲੀਆਂ ਦੀਆਂ ਜਿਹੜੀਆਂ ਸਾਲਸੇਟ ਵਸੀਨ ਤੇ ਥਾਣਾ ਬਸਤੀਆਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਕਬਜ਼ਾ ਕਰ ਲਿਆ ਸੀ। 1740 ਦੇ ਵਿੱਚ ਬਾਜੀਰਾਓ ਪਹਿਲੇ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਬਾਲਾਜੀ ਬਾਜੀਰਾਓ ਜਿਹੜਾ ਪੇਸ਼ਵਾ ਬਣਦੇ ਹੈਗੇ ਨੇ ਤੀਸਰੇ ਨੰਬਰ ਵਾਲੇ ਪੇਸ਼ਵਾ ਬਣਦੇ ਹੈਗੇ ਨੇ ਇਹ ਬਾਜੀਰਾਓ ਦਾ ਪੁੱਤਰ ਸੀਗਾ ਬਾਲਾਜੀ ਬਾਜੀਰਾਓ। ਅਹਿਮਦ ਸ਼ਾਹ ਅਬਦਾਲੀ 1761 ਵਿੱਚ ਜਿਹੜਾ ਪਾਣੀਪਤ ਦੀ ਤੀਜੀ ਲੜਾਈ ਹੈਗੀ ਆ ਉਹ ਮਰਾਠਾ ਨੂੰ ਹਰਾ ਦਿੱਤਾ ਜਾਂਦਾ ਹੈ। ਉਸ ਲੜਾਈ ਦੇ ਵਿੱਚ ਪੇਸ਼ਵਾ ਇਸ ਹਾਰ ਨੂੰ ਸਹਿਣ ਨਾ ਕਰ ਸਕਿਆ ਤੇ ਇਸ ਦੀ ਜਲਦੀ ਜਿਹੜੀ ਉਸਦੀ ਮੌਤ ਹੋ ਜਾਂਦੀ ਹੈਗੀ ਹੈ। ਅੱਗੇ ਮਾਧਵਰਾਓ 1761 ਦੇ ਵਿੱਚ ਚੌਥਾ ਪੇਸ਼ਵਾ ਬਣਦਾ ਹੈਗਾ। ਇਹ ਮਾਧਵਰਾਓ ਦੀ ਮੌਤ ਪਿੱਛੋਂ ਜਿਹੜਾ ਨਾਰਾਇਣ ਰਾਓ ਮਾਧਵਰਾਓ ਨਾਰਾਇਣ ਬਾਜੀਰਾਓ ਦੂਸਰਾ ਪੇਸ਼ਵਾ ਦੇ ਤੌਰ ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। 1857 ਦੀ ਜਿਹੜੀ ਕ੍ਰਾਂਤੀ ਹੈਗੀ ਹੈ ਉਸ ਟਾਈਮ ਤੇ ਆਪਾਂ ਦੇਖਦੇ ਕਿ ਬਾਜੀਰਾਓ ਦੂਸਰਾ ਦਾ ਪੁੱਤਰ ਨਾਨਾ ਸਾਹਿਬ ਜਿਹੜੇ ਹੈਗੇ ਨੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਪੇਸ਼ਵਾ ਦੇ ਤੌਰ ਤੇ। 1818 ਦੇ ਵਿੱਚ ਅੰਗਰੇਜ਼ ਗਵਰਨਰ ਜਨਰਲ ਲਾਰਡ ਹਿਸਟਿੰਗ ਨੇ ਮਰਾਠਿਆਂ ਦੇ ਜਿਹੜਾ ਆਖਰੀ ਪੇਸ਼ਵਾ ਸੀਗਾ ਬਾਜੀਰਾਓ ਦੂਸਰਾ ਉਸ ਨੂੰ ਹਰਾ ਕੇ ਜਿਹੜਾ ਮਰਾਠਾ ਸਾਮਰਾਜ ਹੈਗਾ ਉਸ ਦਾ ਅੰਤ ਕਰ ਦਿੱਤਾ ਸੀ। ਤੇ ਜਿਹੜਾ ਬਾਜੀਰਾਓ ਹੈਗਾ ਏ ਸੈਕਿੰਡ ਉਸ ਨੂੰ ਜਿਹੜਾ ਪੈਨਸ਼ਨਰ ਦੇ ਤੌਰ ਤੇ ਕਾਨਪੁਰ ਦੇ ਵਿੱਚ ਰੱਖ ਦਿੱਤਾ ਗਿਆ ਸੀਗਾ ਬਿਠੂਰ ਦੇ ਵਿੱਚ। ਇਸ ਦੇ ਨਾਲ ਹੀ ਜਿਹੜੀ ਅੱਜ ਦੀ ਵੀਡੀਓ ਹੈਗੀ ਉਹ ਇੱਥੇ ਸਮਾਪਤ ਹੁੰਦੀ ਹੈਗੀ ਆ। ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਲਾਈਕ ਕਰ ਦੇਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਬਹੁਤ ਬਹੁਤ ਧੰਨਵਾਦ।